ਸੋ ਕੈਨੇਡਾ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ ਹੈ ਕਿ ਆਪਾਂ ਭਾਵੇਂ ਸਟੂਡੈਂਟ ਆਉਂਦਾ ਆ ਜਾਂ ਫਿਰ ਵਰਕ ਪਰਮਿਟ ਤੇ ਆਉਂਦਾ, ਕੀ ਤੁਹਾਨੂੰ ਜੌਬ ਮਿਲੂਗੀ 2023 ਆਫਟਰ ਜੁਲਾਈ। ਵਧੀਆ ਰੇਟ ਤੇ ਗੱਡੀ ਮਿਲ ਜੂਗੀ, ਵਧੀਆ ਪੇ ਰੇਟ ਦੇ ਉੱਤੇ ਆਪਾਂ ਨੂੰ ਜੌਬ ਮਿਲ ਜੂਗੀ। ਸੋ ਕੈਨੇਡਾ ਦੇ ਵਿੱਚ ਰੈਫਰੈਂਸ ਵੀ ਬਹੁਤ ਇੰਪੋਰਟੈਂਟ ਰੋਲ ਰੱਖਦੀ ਆ। ਅਗਰ ਤੁਹਾਡੀ ਕੋਈ ਰੈਫਰੈਂਸ ਪਾ ਦਿੰਦਾ ਜੌਬ ਦੇ ਵਿੱਚ, ਸੋ ਸਾਰੇ ਕੁਐਸਚਨਸ ਤੁਹਾਡੇ ਆਨਸਰ ਆਪਾਂ ਦੇਵਾਂਗੇ, ਠੀਕ ਆ। ਜਿਹੜੇ ਕਨਫਿਊਜ਼ਨਸ ਹੋਣਗੀਆਂ। ਸੋ ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਸੋ ਫਸਟ ਪੁਆਇੰਟ ਤੇ ਗੱਲ ਆ ਜਾਂਦੀ ਹੈ ਅਕੋਮੋਡੇਸ਼ਨ ਦੀ। ਅਗਰ ਕੋਈ ਵੀ ਸਟੂਡੈਂਟ ਆਉਂਦਾ ਆ, ਕੋਈ ਵੀ ਵਰਕ ਪਰਮਿਟ ਤੇ ਆਉਂਦਾ ਜਾਂ ਕੋਈ ਵੀ PR ਆਉਂਦਾ, ਠੀਕ ਆ, ਕੈਨੇਡਾ ਮੂਵ ਹੁੰਦਾ, ਸੋ ਅਕੋਮੋਡੇਸ਼ਨ ਹਰ ਇੱਕ ਨੂੰ ਨੀਡ ਹੁੰਦੀ ਆ। ਸੋ ਅਗਰ ਆਪਾਂ ਗੱਲ ਕਰੀਏ ਟੋਰਾਂਟੋ ਜਾਂ ਫਿਰ ਇੱਥੇ ਦੇ ਅਕੋਮੋਡੇਸ਼ਨ ਚਾਰਜਸ ਕੀ ਹੈ, ਜਿੱਥੇ ਕਿ ਇਸ ਟਾਈਮ ਮੈਂ ਰਹਿੰਦਾ ਆ। ਅਗਰ ਤੁਸੀਂ ਪਰਸਨਲ ਰੂਮ ਲੈਣਾ ਆ ਇੱਕ ਸਿੰਗਲ ਬੰਦੇ ਨੇ ਤਾਂ ਉਹਦਾ ਰੈਂਟ ਹੈਗਾ ਆ 1000 ਤੋਂ 1200 ਦੇ ਵਿੱਚ। ਸੋ ਅਗਰ ਤੁਸੀਂ ਕਪਲ ਹੋ, ਠੀਕ ਆ, ਤਾਂ ਤੁਹਾਨੂੰ ਉਹੀ ਪਰਸਨਲ ਰੂਮ ਵਿਦ ਵਾਸ਼ਰੂਮ ਵਿਦ ਪਲੱਸ ਮਤਲਬ ਕਿਚਨ ਤੁਹਾਨੂੰ ਮਿਲ ਜੂਗਾ 1600 ਤੋਂ 1800 ਦੇ ਵਿੱਚ, ਠੀਕ ਆ। ਸੋ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਅਗਰ ਉਹੀ ਰੂਮ ਤੁਸੀਂ ਸ਼ੇਅਰਿੰਗ 'ਤੇ ਲੈਣਾ, ਸੋ ਤੁਹਾਨੂੰ ਅਪਰੋਕਸੀਮੇਟਲੀ 600 ਤੋਂ 700 ਦੇ ਵਿੱਚ ਮਿਲ ਜੂਗਾ। ਅਗਰ ਤੁਸੀਂ ਲੈਂਦੇ ਕਿਸੇ ਹੋਰ ਸਾਈਡ ਲਾਈਕ ਕਾਈਂਡ ਆਫ ਬਰੈਂਪਟਨ ਲੈਂਦੇ ਹੋ, ਸੋ ਤੁਹਾਡੇ ਰੈਂਟ ਘੱਟ ਜਾਣਗੇ, ਜਾਂ ਫਿਰ ਮਾਲਟਨ ਲੈਂਦੇ ਹੋ ਤੁਹਾਡੇ ਰੈਂਟ ਘੱਟ ਜਾਣਗੇ। ਅਗਰ ਤੁਸੀਂ ਸ਼ੇਅਰਿੰਗ 'ਤੇ ਰਹਿੰਦੇ ਹੋ ਸੋ 450। ਅਗਰ ਤੁਸੀਂ ਆਪਣਾ ਪਰਸਨਲ ਰੂਮ ਲੈਂਦੇ ਹੋ 700 ਤੋਂ 800 ਦੇ ਵਿੱਚ। ਸੋ ਅਗਰ ਤੁਸੀਂ 1 ਬੈਡਰੂਮ ਬੇਸਮੈਂਟ ਲੈਂਦੇ ਆ, ਸੋ ਉੱਥੇ ਪੈ ਜਾਂਦਾ ਆ ਅਪਰੋਕਸੀਮੇਟਲੀ 1100 ਤੋਂ 1200 ਦੇ ਵਿੱਚ। ਸੋ ਇਹ ਸੀਗੇ ਅਕੋਮੋਡੇਸ਼ਨ ਦੇ ਚਾਰਜਸ, ਜੋ ਤੁਹਾਡੇ ਅਕੋਰਡਿੰਗ ਟੂ ਦਾ ਲੋਕੇਸ਼ਨ ਚੇਂਜ ਹੁੰਦੇ ਜਾਣੇ ਆ। ਟੋਰਾਂਟੋ ਥੋੜ੍ਹਾ ਐਕਸਪੈਂਸਿਵ ਐਜ਼ ਕੰਪੇਅਰ ਟੂ ਦਾ ਬਰੈਂਪਟਨ ਔਰ ਮਾਲਟਨ। ਸੋ ਉਸ ਤੋਂ ਬਾਅਦ ਆ ਜਾਂਦੇ ਆਪਾਂ ਸੈਕਿੰਡ ਪੁਆਇੰਟ 'ਤੇ ਗਰੋਸਰੀ ਦੇ ਖਰਚਿਆਂ ਵੱਲ। ਗਰੋਸਰੀ ਐਜ਼ ਕੰਪੇਅਰ ਟੂ ਦਾ 2018 ਜਾਂ ਫਿਰ 19 ਜਾਂ ਫਿਰ 20 ਦੇ ਕੰਪੈਰੇਟਿਵਲੀ ਕੋਵਿਡ ਤੋਂ ਬਾਅਦ 'ਚ ਗਰੋਸਰੀ ਦੇ ਰੇਟ ਬਹੁਤ ਜ਼ਿਆਦਾ ਇਨਕਰੀਜ਼ ਹੋਏ ਆ। ਜਿਹੜੀ ਚੀਜ਼ $2 ਦੀ ਸੀ ਉਹ ਹੁਣ 4 ਦੀ ਆ, 5 ਵਾਲੀ ਚੀਜ਼ 8 ਦੀ ਆ, 8 ਵਾਲੀ ਚੀਜ਼ 12-13 ਦੀ ਆ, ਠੀਕ ਆ। ਸੋ ਗਰੋਸਰੀ ਦੇ ਰੇਟ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਏ ਆ। ਸੋ ਜਿਹੜੇ ਬੰਦੇ ਗਰੋਸਰੀ ਕਰਦੇ ਆ ਆਪਣੀ ਸਿੰਗਲੀ, ਉਹ ਤਾਂ ਉਹਨਾਂ ਦਾ ਖਰਚਾ ਹੈਗਾ ਆ ਅਪਰੋਕਸੀਮੇਟਲੀ 200 ਦੇ ਲੱਗ ਸਕੇ। ਸੋ ਜਿਹੜੇ ਕਰਦੇ ਆ ਗਰੁੱਪ ਦੇ ਵਿੱਚ, ਉਹਨਾਂ ਦਾ ਆਈ ਥਿੰਕ ਵੱਧ ਵੀ ਜਾਂਦਾ ਹੋਵੇ ਜਾਂ ਘੱਟ ਵੀ ਜਾਂਦਾ ਹੋਵੇ, ਠੀਕ ਆ। ਸੋ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਹੈਗੀ ਆ ਥਰਡ ਪੁਆਇੰਟ 'ਤੇ ਜੌਬ। ਸੋ ਅਗਰ ਤੁਹਾਡੇ ਤੋਂ ਕੋਈ ਵੀ ਸਕਿੱਲ ਹੈਗੀ ਆ, ਲਾਈਕ ਤੁਹਾਨੂੰ ਕੰਸਟਰਕਸ਼ਨ ਆਉਂਦੀ ਆ, ਜਾਂ ਫਿਰ ਤੁਹਾਡੇ ਤੋਂ ਐਜ਼ ਅ ਪਲੰਬਰ ਦਾ ਐਕਸਪੀਰੀਅੰਸ ਹੈਗਾ, ਇਲੈਕਟ੍ਰੀਸ਼ੀਅਨ ਦਾ, ਜਾਂ ਫਿਰ ਕੋਈ ਵੀ ਐਜ਼ ਅ ਬਾਰਬਰ ਦਾ, ਕੋਈ ਵੀ ਸਕਿੱਲ ਲਾ ਲਓ, ਠੀਕ ਆ। ਸੋ ਉਸ ਸਕਿੱਲ ਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਕੈਨੇਡਾ ਆ ਕੇ ਬੈਨੀਫਿਟ ਹੋਣ ਵਾਲਾ ਆ ਅਗਰ ਤੁਹਾਡੇ ਤੋਂ ਸਕਿੱਲ ਹੈ। ਸੋ ਇਹਦੇ ਵਿੱਚ ਕੀ ਹੋਊਗਾ, ਥੋੜ੍ਹਾ ਜਿਹਾ ਈਜ਼ੀ ਹੋ ਜਾਣਾ ਤੁਹਾਨੂੰ ਜੌਬ ਫਾਈਂਡ ਆਊਟ ਕਰਨ ਦੇ ਵਿੱਚ। ਸੋ ਕੈਨੇਡਾ ਦੇ ਵਿੱਚ ਰੈਫਰੈਂਸ ਵੀ ਬਹੁਤ ਇੰਪੋਰਟੈਂਟ ਰੋਲ ਰੱਖਦੀ ਆ। ਅਗਰ ਤੁਹਾਡੀ ਕੋਈ ਰੈਫਰੈਂਸ ਪਾ ਦਿੰਦਾ ਜੌਬ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਈਜ਼ੀ ਰਹਿ ਜਾਂਦਾ ਆ। ਬਟ ਹੁਣ ਜਿਹੜਾ ਟਾਈਮ ਚੱਲਦਾ ਪਿਆ ਕੈਨੇਡਾ ਦੇ ਵਿੱਚ 2023, ਹੁਣ ਜੁਲਾਈ ਮੰਥ ਆ, ਸੋ ਇੱਥੇ ਜੌਬਸ ਦਾ ਬਹੁਤ ਜ਼ਿਆਦਾ ਮੰਦਾ ਹਾਲ ਆ। ਮੈਂ ਕੋਈ ਵੀ ਡੀਮੋਟੀਵੇਟ ਨਹੀਂ ਕਰ ਰਿਹਾ, ਦਿਸ ਇਜ਼ ਅ ਰਿਐਲਿਟੀ। ਤੁਸੀਂ ਕਿਸੇ ਵੀ ਆਪਣੇ ਫਰੈਂਡ ਜਾਂ ਫਿਰ ਜੋ ਵੀ ਇੱਥੇ ਰਹਿੰਦਾ ਆ, ਤੁਸੀਂ ਉਹਨੂੰ ਪੁੱਛ ਸਕਦੇ ਹੋ ਕਿ ਕੈਨੇਡਾ ਦਾ ਕੀ ਹਾਲ ਹੈ ਜੌਬਸ ਦੇ ਅੰਡਰ। ਸੋ ਮੇਰੇ ਬਹੁਤ ਸਾਰੇ ਫਰੈਂਡ ਇੱਥੇ ਐਜ਼ ਅ ਸਟੂਡੈਂਟ ਵੀ ਸਟਿਲ ਹੈਗੇ ਆ। ਸੋ ਮੈਂ ਦੱਸਦਾ ਜਿਨ੍ਹਾਂ ਦੀ ਤਾਂ ਆਉਂਦੀ GAC ਅਪਰੋਕਸੀਮੇਟਲੀ 670 ਜਾਂ ਫਿਰ 680 ਦੇ ਅਰਾਊਂਡ। ਸੋ ਉਹਨਾਂ ਦਾ ਰੈਂਟ ਹੁੰਦਾ ਆ 450, ਉਹਨਾਂ ਦਾ ਰੈਂਟ ਨਿਕਲ ਜਾਂਦਾ ਆ ਅਪਰੋਕਸੀਮੇਟਲੀ 150 ਟੂ 170 ਜਾਂ 180 ਦੇ ਅਰਾਊਂਡ ਉਹਨਾਂ ਦਾ ਗਰੋਸਰੀ ਦਾ ਨਿਕਲ ਜਾਂਦਾ। ਸੋ ਕਰ ਕਰਾ ਕੇ ਉਹਨਾਂ ਨੂੰ ਸਿਰਫ ਔਰ ਸਿਰਫ ਬਚਦੇ ਆ ਖਿੱਚ ਧੂ ਕੇ $50 ਤੋਂ $100, ਠੀਕ ਆ। ਸੋ ਉਹਦੇ ਵਿੱਚ ਹੀ ਉਹਨਾਂ ਨੇ ਬੱਸ ਦਾ ਰੈਂਟ ਕੱਢਣਾ ਹੁੰਦਾ ਆ। ਸੋ ਜਿਹੜੇ ਬੰਦੇ ਕਿ ਹੁੰਦੇ ਵਰਕ ਪਰਮਿਟ 'ਤੇ, ਉਹਨਾਂ ਨੂੰ ਜੌਬ ਫਾਈਂਡ ਆਊਟ ਕਰਨੀ ਹੀ ਪੈਂਦੀ ਹੁੰਦੀ ਹੈ, ਕਿਉਂਕਿ ਉਹਨਾਂ ਤੋਂ GAC ਦਾ ਕੋਈ ਵੀ ਸੋਰਸ ਨਹੀਂ ਹੁੰਦਾ, ਠੀਕ ਆ। ਸਟੂਡੈਂਟ ਤੋਂ ਥੋੜ੍ਹਾ ਜਿਹਾ ਹੋ ਜਾਂਦਾ ਕਿ ਉਹ ਆਪਣੇ GAC ਲੈ ਕੇ ਆਏ ਹੁੰਦੇ ਆ, ਬਟ ਵਰਕ ਪਰਮਿਟ ਵਾਲੇ ਨੂੰ ਜੌਬ ਐਜ਼ ਸੂਨ ਐਜ਼ ਫਾਈਂਡ ਆਊਟ ਕਰਨੀ ਹੀ ਪੈਂਦੀ ਆ। ਸੋ ਉਸ ਤੋਂ ਬਾਅਦ ਆ ਜਾਂਦੇ ਆਪਾਂ ਕਾਰ ਵਗੈਰਾ 'ਤੇ, ਦਾ ਕੀ ਸਾਨੂੰ ਕਾਰ ਬਾਈ ਕਰਨੀ ਚਾਹੀਦੀ ਆ ਕੇ ਐਜ਼ ਸੂਨ ਐਜ਼ ਪੋਸੀਬਲ ਜਾਂ ਫਿਰ ਨਹੀਂ ਕਰਨੀ ਚਾਹੀਦੀ। ਸੋ ਇਹ ਵੀ ਤੁਹਾਡੀ ਜੌਬ 'ਤੇ ਹੀ ਡਿਪੈਂਡ ਕਰਦਾ ਕਿ ਤੁਹਾਡਾ ਕੰਮ ਕਿੰਨੀ ਦੂਰ ਆ। ਕੈਨੇਡਾ ਦੇ ਵਿੱਚ ਇਹ ਚੀਜ਼ ਆ ਕਿ ਅਗਰ ਤੁਹਾਡਾ ਕੰਮ ਤੁਹਾਡੇ ਹੋਮ ਐਡਰੈਸ ਤੋਂ 10 ਕਿਲੋਮੀਟਰ ਦੂਰ ਆ, ਸੋ ਕਾਰ ਵਿੱਚ ਤੁਹਾਨੂੰ 10 ਮਿੰਟ ਲੱਗਣੇ, 10 ਤੋਂ 12 ਮਿੰਟ, ਅਤੇ ਬੱਸ ਵਿੱਚ ਤੁਹਾਨੂੰ 1 ਘੰਟਾ। ਅਗਰ ਉਹੀ 15-20 ਕਿਲੋਮੀਟਰ ਦੂਰ ਆ, ਤੁਹਾਨੂੰ ਕਾਰ ਵਿੱਚ ਉਹੀ 20 ਮਿੰਟ, ਅਤੇ ਬੱਸ ਵਿੱਚ ਤੁਹਾਨੂੰ ਲੱਗੂਗੇ ਪੂਰੇ 2 ਘੰਟੇ, ਜਾਂ ਫਿਰ ਮਤਲਬ 1.5 ਤੋਂ 2 ਘੰਟੇ। ਸੋ ਅਗਰ ਤੁਹਾਡੀ ਵਧੀਆ ਇਨਕਮ ਲੱਗ ਗਈ ਹੈ, ਤੁਹਾਨੂੰ ਵਧੀਆ ਜੋਬ ਮਿਲ ਗਈ ਆ, ਸੋ ਕਾਰ ਪਰਚੇਜ਼ ਕਰੋ, ਠੀਕ ਆ। ਆਪਣੀ ਜੌਬ 'ਤੇ ਟਾਈਮ ਨਾਲ ਪਹੁੰਚੋ। ਸੋ ਉਹੀ ਤੁਸੀਂ ਆਪਣਾ ਰੈਸਟ ਜਲਦੀ ਕਰ ਲਓ ਟਰੈਵਲ ਕਰਨ ਦੇ ਵਿੱਚ, ਜਿਹੜਾ ਤੁਸੀਂ ਟਾਈਮ ਵੇਸਟ ਕਰਦੇ ਆ। ਸੋ ਜਦੋਂ ਵੀਕ ਆਫ ਹੁੰਦਾ, ਸੈਟਰਡੇ ਜਾਂ ਫਿਰ ਸੰਡੇ ਹੁੰਦਾ, ਤੁਸੀਂ ਉਦੋਂ ਉਬਰ ਕਰ ਸਕਦੇ ਆ, ਅਤੇ ਗੱਡੀ ਦਾ ਖਰਚਾ ਉਬਰ ਤੋਂ 2 ਦਿਨ ਕਰਕੇ ਆਰਾਮ ਨਾਲ ਨਿਕਲ ਆਉਣਾ। ਸੋ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਸਟੂਡੈਂਟ ਨੂੰ ਕਿ ਕਾਰ ਬਾਈ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ ਕਰਨੀ ਚਾਹੀਦੀ। ਸੋ ਇਹ ਵੀ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਇਹ ਵੀ ਜੌਬ 'ਤੇ ਹੀ ਬੇਸਡ ਚੀਜ਼ ਆ ਜਾਂਦੀ ਆ। ਸੋ ਅਗਰ ਸਟੂਡੈਂਟ ਆਉਂਦੇ ਆ 2-4 ਮਹੀਨੇ ਆਪਣੇ ਕਾਲਜ ਕੰਟੀਨਿਊ ਕੀਤਾ ਅਤੇ ਜੌਬ ਮਿਲ ਜਾਂਦੀ ਆ, ਤਾਂ ਉਸ ਤੋਂ ਬਾਅਦ ਉਹ ਵੀ ਕਾਰ ਬਾਈ ਕਰ ਸਕਦੇ। ਬਾਕੀ ਐਜ਼ ਪਰ ਦਾ ਸਟੂਡੈਂਟ ਟੂ ਸਟੂਡੈਂਟ ਚੀਜ਼ ਡਿਪੈਂਡ ਕਰਦੀ ਹੁੰਦੀ ਹੈ ਕਿ ਉਹ ਆਪਣੇ ਕਾਰ ਦੇ ਖਰਚੇ ਝੱਲ ਸਕਦਾ ਕਿ ਨਹੀਂ। ਸੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੇਰੇ ਫਰੈਂਡਸ ਜਿਨ੍ਹਾਂ ਕੋਲ ਕਾਰ ਹੈਗੀ ਆ, ਉਹਨਾਂ ਦਾ ਖਰਚਾ ਅਪਰੋਕਸੀਮੇਟਲੀ ਹੈਗਾ ਆ
900 ਤੋਂ 1000 ਦੇ ਵਿੱਚ। ਸੋ ਇੱਕ ਬਾਈ ਦੀ ਹੈਗੀ ਕਾਰ ਸਿਵਿਕ, ਹੋਂਡਾ ਸਿਵਿਕ 2019 ਮਾਡਲ, ਸੋ ਉਹਦਾ ਖਰਚਾ ਹੈਗਾ ਆ 1000। ਇੱਕ ਬਾਈ ਤੋਂ ਹੈਗੀ ਆ ਕੈਮਰੀ, ਉਹਦਾ ਵੀ ਹੈਗਾ ਆ 8-900। ਸੋ ਤੁਸੀਂ ਲੈ ਕੇ ਚੱਲੋ 2018, 19, 20 ਤੋਂ ਉੱਪਰ ਜਿਹੜੇ ਮਾਡਲ ਮਾਡਲ ਹੈਗੇ ਆ, ਉਹਨਾਂ ਦਾ ਖਰਚਾ ਇੰਨਾ ਹੈਗਾ ਆ, ਈਜ਼ੀਲੀ ਹੈਗਾ ਆ 1000 ਤੋਂ 1100 ਦੇ ਵਿੱਚ। ਐਂਡ ਅਗਰ ਤੁਸੀਂ ਲੈਣੇ ਆ ਕੋਈ 올ਡ ਕਾਰ, ਸੋ ਕੰਪਨੀ ਟੂ ਕੰਪਨੀ ਵੈਰੀ ਕਰਦੀ ਹੈ ਕਿ ਤੁਹਾਨੂੰ ਪਹਿਲਾਂ ਕਾਰ ਕਿੰਨੇ ਦੀ ਮਿਲਦੀ ਹੈ। ਫੋਰ ਐਗਜ਼ਾਮਪਲ ਤੁਸੀਂ ਕੋਈ 5000 ਦੀ ਕਾਰ ਲੈ ਲੈਂਦੇ ਆ 8 ਜਾਂ 9 ਮਾਡਲ ਜਾਂ 10 ਮਾਡਲ, ਸੋ ਉਹਦਾ ਤੁਹਾਨੂੰ 200 ਦੀ ਇੰਸ਼ੋਰੈਂਸ ਜਾ ਸਕਦੀ ਆ, ਠੀਕ ਆ। ਅਤੇ ਉਸ ਤੋਂ ਬਾਅਦ ਉਹਦਾ ਤੇਲ ਦਾ ਖਰਚਾ ਹੁੰਦਾ ਹੈ ਜਿੰਨੀ ਤੁਸੀਂ ਚਲਾਉਂਦੇ ਆ, ਅਤੇ ਬਾਕੀ ਅਗਰ ਤੁਸੀਂ ਕਾਰ ਕੈਸ਼ 'ਤੇ ਰੱਖਦੇ ਤਾਂ ਤੁਹਾਡਾ ਸਿਰਫ ਇੰਸ਼ੋਰੈਂਸ ਦਾ ਖਰਚਾ ਹੈ ਅਤੇ ਤੇਲ ਦਾ ਖਰਚਾ ਹੈ। ਸੋ ਇੱਕ ਹੋਰ ਚੀਜ਼ ਕਦੇ ਵੀ ਕਿਸੇ ਪਿੱਛੇ ਨਹੀਂ ਲੱਗਣਾ ਕਿ ਅਗਰ ਕਿਸੇ ਤੋਂ ਮਸਟੈਂਗ ਆ, ਕਿਸੇ ਤੋਂ ਰੇਂਜ ਰੋਵਰ ਆ, ਉਹਨੇ ਬੰਦੇ ਨੇ ਬਹੁਤ ਹੀ ਮਿਹਨਤ ਕਰਕੇ ਲਈ ਹੁੰਦੀ ਹੈ, ਤੁਹਾਡੇ ਤੋਂ 5-5 ਸਾਲ ਪਹਿਲਾਂ ਦੇ ਆਏ ਹੋਏ ਆ। ਸੋ ਉਹਨਾਂ ਚੀਜ਼ਾਂ ਪਿੱਛੇ ਨਾ ਰਹੋ, ਜਸਟ ਆਪਣੇ ਖਰਚੇ ਦੇਖਣੇ ਪਹਿਲਾਂ। ਸੋ ਕੈਨੇਡਾ ਆਉਣ ਤੋਂ ਪਹਿਲਾਂ ਤੁਸੀਂ ਇੱਥੇ ਆਪਣੇ ਕਿਹੜੇ ਡਾਕੂਮੈਂਟੇਸ਼ਨ ਲੈ ਕੇ ਆ ਸਕਦੇ ਜਿਹੜੇ ਕਿ ਤੁਹਾਡੇ ਇਨ ਫਿਊਚਰ ਹੈਲਪ ਕਰਨਗੇ ਇੱਥੇ ਆ ਕੇ। ਸੋ ਇੱਕ ਦਾ ਡਾਕੂਮੈਂਟ ਮੈਂ ਤੁਹਾਨੂੰ ਬਿਲਕੁਲ ਹੀ ਰეკਮੈਂਡ ਕਰੂੰਗਾ, ਅਗਰ ਤੁਸੀਂ ਇੰਡੀਆ ਦੇ ਵਿੱਚ ਕਾਰ ਡਰਾਈਵ ਕਰਦੇ ਸੀ ਕਿ ਤੁਹਾਡਾ ਲਾਇਸੈਂਸ ਪੁਰਾਣਾ ਹੈ ਡਰਾਈਵ ਕਰਨ ਵਾਲਾ, ਠੀਕ ਆ, ਅਤੇ ਤੁਸੀਂ ਆਪਣਾ ਐਕਸਪੀਰੀਅੰਸ ਪਵਾਓ, ਠੀਕ ਆ, ਆਪਣਾ ਡਰਾਈਵਿੰਗ ਐਕਸਟਰੈਕਟ ਲੈ ਕੇ ਆਓ, ਤਾਂ ਕਿ ਤੁਸੀਂ ਕੈਨੇਡਾ ਆ ਕੇ ਤੁਸੀਂ G1 ਟੈਸਟ ਦਿਓਗੇ ਤਾਂ ਉਸ ਤੋਂ ਬਾਅਦ ਤੁਸੀਂ ਸਿੱਧਾ ਡਾਇਰੈਕਟ ਤੁਸੀਂ G ਲਈ ਤੁਸੀਂ ਐਲੀਜੀਬਲ ਹੋ ਜਾਓ। ਤੁਸੀਂ G2 ਵੀ ਦੇ ਸਕਦੇ ਆ, G ਵੀ ਦੇ ਸਕਦੇ ਆ। ਸੋ ਇਹ ਤੁਹਾਡੇ ਦੇ ਉੱਤੇ ਵੈਰੀ ਕਰਦਾ ਆ ਕਿ ਤੁਸੀਂ ਕਿਹੜਾ ਲਾਇਸੈਂਸ ਲੈਣਾ ਆ, ਬਟ ਐਟਲੀਸਟ ਤੁਹਾਡੇ ਤੋਂ ਡਰਾਈਵਿੰਗ ਐਕਸਟਰੈਕਟ ਹੋਵੇ, ਠੀਕ ਆ, ਤਾਂ ਕਿ G1 ਤੋਂ ਬਾਅਦ ਤੁਹਾਨੂੰ G2 ਜਾਂ ਫਿਰ G ਲਈ 8 ਮਹੀਨੇ ਐਟਲੀਸਟ ਵੇਟ ਨਾ ਕਰਨਾ ਪਵੇ। ਸੋ ਬਾਈ ਜੀ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਹਦੇ ਨਾਲ ਕੀ ਹੁੰਦਾ ਕਿ ਲਾਈਕ ਮੋਟੀਵੇਸ਼ਨ ਮਿਲਦੀ ਹੈ। ਸੋ ਅਗਰ ਤੁਸੀਂ ਕੋਈ ਵੀ ਵਲੌਗ ਦੇਖਣਾ ਚਾਹੁੰਦੇ ਹੋ, ਕੋਈ ਵੀਡੀਓ ਦੇਖਣੀ ਚਾਹੁੰਦੇ ਹੋ, ਤਾਂ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਿਓ, ਜੌਬਸ ਦੇ ਰਿਲੇਟਡ ਜਾਂ ਫਿਰ ਕੋਈ ਵੀ ਹੋਰ ਕੁਐਸਚਨ ਹੋਵੇ ਤੁਹਾਡਾ, ਠੀਕ ਆ। ਸੋ ਚੰਗਾ ਜੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।